ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਲੋਨੀ ਭਾਗ ਲਿਲਾਰ ਉਦੇ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ। कल घोर समुंदर में बूढ़त थे, कबहू मिटे नहीं रे पछतायो। तत् विचार जह मथुरा, जग तारण को अवतार बनायो। जप्यो जिन अर्जन देव गुरु, फिर संकट जोन गर्भ न आयो। जप्यो जिन अर्जन देव गुरु, फिर संकट जोन गर्भ न आयो। ऐसा नाम निरंजन होए, जे को मन जाने मन कोय। वाहिगुरु जी का खालसा, वाहिगुरु जी की फतेह। गुरु प्यारिओ, जिहड़ी कथा अपनी चल रही आ, ਉਹਦੇ ਵਿੱਚ ਆਪਾਂ ਜਪਜੀ ਸਾਹਿਬ ਦੀ ਜਿਹੜੀ 15ਵੀਂ ਪੌੜੀ ਦੀ ਕਥਾ ਆਰੰਭ ਕੀਤੀ ਆ। ਤੇ ਪੌੜੀ ਦੀ ਕਥਾ ਕਰਨ ਤੋਂ ਪਹਿਲਾਂ ਇਹਨਾਂ ਚੌਹਾਂ ਪੌੜੀਆਂ ਦੇ ਥੱਲੇ ਜਿਹੜਾ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਉਹਦੇ ਬਾਰੇ ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਲੈਂਦਿਆਂ ਹੋਇਆਂ ਕਿ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਜਿਹੜਾ ਰਹਾਉ ਹੁੰਦਾ ਹੈ ਉਹ ਕੇਂਦਰੀ ਭਾਵ ਹੁੰਦਾ, ਬਾਕੀ ਸਾਰੇ ਉਹਦੇ ਉੱਤੇ ਹੀ ਗੱਲ ਚੱਲਦੀ ਆ। ਜਿੱਦਾਂ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਇਹ ਸਾਰੀ ਜਪਜੀ ਸਾਹਿਬ ਦਾ ਇੱਕ ਮੇਨ ਤੁਰਾਵਾ। ਹੋਣਾ ਸਚਿਆਰ ਹੀ ਆ, ਅਤੇ ਸਚਿਆਰ ਹੋਣ ਵਾਸਤੇ ਜੋ ਲੋਕਾਂ ਨੇ ਰਸਤੇ ਅਪਣਾਏ ਸੀ, ਤੀਰਥਾਂ ਦੇ ਇਸ਼ਨਾਨ ਜਾਂ ਸੁਚਮਤਾ ਰੱਖੀ ਜਾਵੇ, ਖਾਣ ਪੀਣ ਦੇ ਵਿੱਚ ਵੱਡੀ ਸੁਚਮਤਾ ਵਰਤੀ ਜਾਵੇ। ਸਾਹਿਬ ਕਹਿੰਦੇ ਸੋਚੇ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਇਹ ਸੁਚਮਤਾ ਦੇ ਨਾਲ ਗੱਲ ਬਣਨੀ ਨਹੀਂ ਹੈ, ਭਾਵੇਂ ਲੱਖਾਂ ਵਾਰੀ ਕਰ ਲਈ। ਕਿਉਂ? ਇੱਥੇ ਕੋਈ ਸੁੱਚਾ ਹੈ ਹੀ ਨਹੀਂ ਹੈ। ਸਾਹਿਬ ਨੇ ਤੇ ਬਾਣੀ ਅੰਦਰ ਸੁਹਾਗਾ ਹੀ ਫੇਰ ਦਿੱਤਾ ਕਿ ਇਹ ਜਗ ਮੈਲਾ ਦੋ, ਮੈਲੋ ਹੋਏ ਜਾਏ। ਜਦ ਜੱਗ ਹੀ ਮੈਲਾ ਹੈ ਤੇ ਮੈਲ ਦੇ ਨਾਲ ਤੁਸੀਂ ਕਿਵੇਂ ਪਵਿੱਤਰ ਹੋ ਸਕਦੇ ਹੋ? ਜੱਗ ਹੀ ਮੈਲਾ ਹੈ। ਮੈਲਾ ਬ੍ਰਹਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ, ਮੈਲਾ ਮਰਤਾਏ ਸੰਸਾਰ। ਹਾਂ, ਜੇ ਕੋਈ ਨਿਰਮਲ ਚੀਜ਼ ਹੈ ਤੇ ਉਹ ਇੱਕ ਹਰ ਨਿਰਮਲ ਜਾਂ ਕਾ ਅੰਤ ਨ ਪਾਰ। ਸੋ ਨਿਰਮਲ ਕੌਣ ਨਿਰਮਲ ਹੈ, ਕੌਣ ਪਵਿੱਤਰ ਹੈ?
ਸੋ ਨਿਰਮਲ ਸੋ ਨਿਰਮਲ ਨਿਰਮਲ ਹਰ ਗੁਣ ਗਾਏ। ਬਸ ਰੱਬ ਦਾ ਨਾਮ ਹੀ ਨਿਰਮਲ ਵਾ, ਰੱਬ ਦਾ ਨਾਮ ਹੀ ਪਵਿੱਤਰ ਵਾ। ਤੇ ਇਹਨੂੰ ਛੱਡ ਕੇ, ਰੱਬ ਦੇ ਨਾਮ ਨੂੰ ਛੱਡ ਕੇ, ਐਸਾ ਨਾਮ ਨਿਰੰਜਨ ਹੋਏ, ਇਹਨੂੰ ਛੱਡ ਕੇ ਤੇ ਤੁਸੀਂ ਕਰਮ ਕਾਂਡ ਕਰ ਕਰਕੇ, ਟੂਟੀਆਂ ਮਾਂਜ ਕੇ, ਕੌਲੀਆਂ ਬਾਟੇ ਮਾਂਜ ਕੇ, ਹੱਥ ਮਾਂਜ ਕੇ, ਕੇਲੇ ਧੋ ਕੇ, ਹਾਂਜੀ, ਕਾਠੀ ਧੋਏ ਜਲਾਏ, ਬਸਤਾ ਖੋਦ ਕਰੇ, ਦੋਏ ਚੁੱਲ੍ਹੇ ਸਾਰੇ ਮਾਨਸ ਖਾਏ। ਇਹ ਲੱਕੜੀਆਂ ਜਿਹੜੀਆਂ ਹੈ ਬਾਲਣੀਆਂ ਨੇ, ਧੋ ਕੇ ਬਾਲਿਓ ਜੇ। ਲਓ, ਇਹ ਵੀ ਕੰਮ ਹੁੰਦਾ ਰਿਹਾ ਧਰਤੀ 'ਤੇ। ਕਾਠੀ ਧੋਏ ਜਲਾਏ, ਕਾਠੀ ਵੀ ਧੋ ਲਈ, ਸੀਧਾ ਵੀ ਧੋ ਲਿਆ, ਸਭ ਕੁਝ ਧੁੱਪ ਗਿਆ। ਫਿਰ ਉਹਦੇ ਆਲੇ ਦੁਆਲੇ ਇੱਕ ਲਕੀਰ ਕੱਢ ਦੇਣੀ ਵੀ ਇਹਦੇ ਅੰਦਰ ਕੋਈ ਹੋਰ ਨਾ ਆ ਜਾਵੇ, ਤਾਂ ਕਿ ਭੋਜਨ ਪਿਟਿਆ ਨਾ ਜਾਵੇ। ਅਤੇ ਮੈਂ ਸੁੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੈਂ ਸੁੱਚਾ ਹੋਣਾ ਇਹਨਾਂ ਚੀਜ਼ਾਂ ਦੇ ਨਾਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਭ ਤੋਂ ਵੱਡੀ ਝੂਠ ਜਿਹੜੀ ਹੈ ਨਾ, ਉਹ ਤੇਰੇ ਅੰਦਰ ਬੈਠੀ ਹੋਈ ਆ। ਤੂੰ ਬਾਹਰੋਂ ਸੁਚਮਤਾਂ ਦੇ ਤਰੀਕੇ ਲੱਭਦਾ ਫਿਰਦਾ, ਝੂਠ ਤਾਂ ਤੇਰੇ ਮਨ ਦੇ ਅੰਦਰ ਆ। ਕਬੁੱਧ ਡੂਮਣੀ ਕਦਾਇਆ ਕਸੈਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰਾਂ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ। ਕੀ ਹੋਣਾ ਹੈ ਇਹ ਲੱਕੜਾਂ ਲੁੱਕੜਾਂ ਧੋਣ ਦੇ ਨਾਲ? ਕੀ ਹੋਣਾ ਹੈ? ਜਾਂ ਚਾਰੇ ਬੈਠੀਆਂ ਨਾਲ, ਉਹ ਤਾਂ ਤੇਰੇ ਨਾਲ ਬੈਠੀਆਂ ਹੋਏ, ਤੇਰੇ ਅੰਦਰ ਬੈਠੀਆਂ ਹੋਈਆਂ ਨੇ। ਕ੍ਰੋਧ ਨਹੀਂ ਆ ਤੇਰੇ ਅੰਦਰ, ਲੋਭ ਨਹੀਂ ਆ ਤੇਰੇ ਅੰਦਰ, ਇਹ ਤਾਂ ਗੰਦਗੀ ਆ। ਕਬੁੱਧ ਡੂਮਣੀ ਤੇਰੀ ਭੈੜੀ ਮੱਤ ਜਿਹੜੀ, ਇਹ ਤਾਂ ਅੰਦਰ ਬੈਠੀ ਹੋਈ ਆ। ਕਬੁੱਧ ਡੂਮਣੀ, ਇੱਕ ਹੁੰਦਾ ਡੂਮ, ਇੱਕ ਹੁੰਦਾ ਡੂਮਣੀ। ਡੂਮ ਮਰਾਸੀ ਸੱਤੇ ਡੂਮ ਆਖੀ, ਰਾਮ ਕਲੀ ਕੀ ਵਾਰ ਰਾਏ ਬਲਵੰਡ, ਸੱਤਾ ਤਥਾ ਸੱਤੇ ਡੂਮ ਆਖੀ। ਡੂਮ ਤੇ ਡੂਮ ਤੋਂ ਸ਼ਬਦ ਡੂਮਣੀ, ਮਰਾਸੀ ਦੇ ਘਰ ਵਾਲੀ ਡੂਮਣੀ। ਇਸ ਪੁਰਾਣੇ ਸਮੇਂ 'ਚ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਨੂੰ, ਇਹਨਾਂ ਜਾਤਾਂ ਨੂੰ ਵਿਹੜੇ 'ਚ ਨਹੀਂ ਵੜਨ ਦੇਣਾ, ਅਸੀਂ ਚੌਂਕੇ 'ਚ ਨਹੀਂ ਵੜਨ ਦੇਣਾ। ਸਾਹਿਬ ਕਹਿੰਦੇ ਚੌਂਕੇ 'ਚ ਨਾ ਵੜਨ ਦਿਓਗੇ, ਪਰ ਇਹ ਤਾਂ ਖੋਟੀ ਮੱਤ ਤੁਹਾਡੀ ਜਿਹੜੀ ਮਾਨੋ ਡੂਮਣੀ ਆ, ਉਹ ਤਾਂ ਤੁਹਾਡੇ ਅੰਦਰ ਬੈਠੀ ਹੋਈ ਹੈ, ਅਤੇ ਬਾਹਰੋਂ ਤੁਸੀਂ ਕੀ ਕਰ ਲਓਗੇ? ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਬਾਹਰੀ ਜਾਤ ਨੂੰ ਕੋਈ ਮਾੜਾ ਨਹੀਂ ਕਿਹਾ, ਪਰ ਉਹ ਮੰਨਦੇ ਸੀ ਇਹਨਾਂ ਨੂੰ ਕਿ ਅਸੀਂ ਉੱਚ ਜਾਤੀਆਂ, ਇਹ ਛੋਟੀਆਂ ਜਾਤਾਂ ਵਾਂ। ਅਤੇ ਸਾਹਿਬ ਕਹਿੰਦੇ ਇੱਕ ਪਰਿਵਾਰ ਤੇਰੇ ਮਨ ਦੇ ਅੰਦਰ ਵੱਸਦਾ, ਉਹਨੂੰ ਕਬੁੱਧ ਕਹਿੰਦੇ ਨੇ। ਉਹ ਡੂਮਣੀ ਆ। ਕਬੁੱਧ ਡੂਮਣੀ ਕੁਦਇਆ ਕਸੈਣ, ਇੱਕ ਹੁੰਦਾ ਕਸਾਈ, ਇੱਕ ਹੁੰਦੀ ਕਸੈਣ, ਉਹਦੇ ਘਰ ਵਾਲੀ ਕਸੈਣ। ਡੂਮਣੀ ਕਿਉਂ ਕਿਹਾ ਹੈ? ਡੂਮ ਕਿਉਂ ਨਹੀਂ ਕਿਹਾ? ਮੱਤ ਵਾ, ਇਸਤਰੀ ਲਿੰਗ ਵਾ। ਮਨ ਜਿਹੜਾ ਉਹ ਪਲਿੰਗ ਵਾ, ਮੱਤ ਜਿਹੜੀ ਉਹ ਇਸਤਰੀ ਲਿੰਗ ਵਾ। ਤਾਂ ਇਸਤਰੀਆਂ ਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਬੁੱਧ ਡੂਮਣੀ ਕਦਾਇਆ ਕੁਸੈਣ, ਪਰ ਨਿੰਦਾ ਘਟ ਚੂਹੜੀ। ਹੁਣ ਨਿੰਦਾ ਵੀ ਇਸਤਰੀ ਲਿੰਗ ਵਾ, ਉਹਦੇ ਨਾਲ ਕਹਿ ਤਾ ਘਟ ਚੂਹੜੀ, ਇਹ ਵੀ ਇਸਤਰੀ ਲਿੰਗ ਵਰਤ ਲਿਆ ਮਾਰ ਨੇ, ਕਿਉਂਕਿ ਬਾਣੀ ਰਚ ਰਹੇ ਨੇ। ਗੁਰੂ ਨਾਨਕ ਸਾਹਿਬ ਬਹੁਤ ਵੱਡੇ ਰੱਬ ਦੇ ਕਵੀ ਨੇ, ਕਿਸੇ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ। ਮੁੱਠੀ ਕ੍ਰੋਧ ਚੰਡਾਲ, ਮੁੱਠੀ ਕ੍ਰੋਧ
ਚੰਡਾਲ। ਇਹ ਕ੍ਰੋਧ ਜਿਹੜਾ ਚੰਡਾਲ ਵਾ, ਮੁੱਠੀ ਕ੍ਰੋਧ ਚੰਡਾਲ। ਤੇ ਕਾਰੀ ਕੱਢੀ ਕੀ ਕਿਆ ਥੀਏ। ਇੰਨੀਆਂ ਭੈੜੀਆਂ ਚੀਜ਼ਾਂ ਤੇਰੇ ਮਨ ਵਿੱਚ ਵਸਦੀਆਂ ਹੋਣ, ਹਾਂਜੀ, ਤੇ ਤੂੰ ਬਾਹਰੋਂ ਸੁਚਮਤਾ ਧਾਰਨ ਕਰਕੇ ਬੈਠਾ ਹੋਇਆ ਵਾ। ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਇਸ ਕਰਕੇ ਸਾਹਿਬ ਨੇ ਬਾਹਰੀ ਕਰਮਕਾਂਡ ਨੂੰ ਨਹੀਂ ਕੋਈ ਅਹਿਮੀਅਤ ਦਿੱਤੀ ਹੋਈ। ਸੋਚੈ ਸੋਚ ਨਾ ਹੋਵਈ। ਇਹ ਬਾਹਰਲੀ ਸੁਚਮਤਾ ਦੇ ਨਾਲ ਸੋਚ ਨਹੀਂ ਹੋਣੀ। ਕਿਉਂ? ਤੂੰ ਸਰੀਰ ਨੂੰ ਸੁੱਚਾ ਕਰਨ ਦਿਆਂ ਜੂਠਾ ਤੇ ਮਨ ਵਾ। ਮਨ ਜੂਠਾ ਵੇ ਜਾਤ ਹੈ, ਇਹ ਬੜਾ ਭੈੜਾ ਹੈ। ਫੋਟੀ ਜਾਤ ਇਸ ਦੀ ਮਨ ਦੀ। ਮਨ ਜੂਠਾ ਵੇ ਜਾਤ ਹੈ, ਜੂਠਾ ਜੂਠੇ ਖਾਏ। ਸਾਹਿਬ ਕਹਿੰਦੇ ਨਾਨਕ ਨਿਰਗੁਣਿਆ ਗੁਣ ਨਾਹੀ ਕੋਏ। ਮੂੰਹ ਫੇਰਿਆ ਮੂੰਹ ਜੂਠਾ ਹੋਏ। ਜਦੋਂ ਰੱਬ ਤੋਂ ਹੀ ਬੇਮੁਖ ਹੋ ਗਏ ਤੇ ਫਿਰ ਝੂਠ ਤਾਂ ਅੰਦਰ ਆਉਣੀ ਆਉਣੀ ਆ। ਝੂਠ ਨਾ ਅੰਨੀ ਝੂਠ ਨਾ ਨਾਈ, ਝੂਠ ਨਾ ਮੀਂਹ ਵਰਿਆ ਸਭ ਥਾਈ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਗੱਲ ਨਹੀਂ ਬਣਨੀ, ਅੰਦਰ ਨੂੰ ਸੋਚਿਆ ਕਰਨਾ ਪੈਣਾ ਹੈ। ਤੇ ਮੈਂ ਕਹਿ ਰਿਹਾ ਸੀ ਜਪਜੀ ਸਾਹਿਬ ਦਾ ਮੇਨ ਵਾ, ਕਿਵ ਸੱਚਿਆਰਾ ਹੋਈਐ, ਕਿਵ ਕੂੜੈ ਟੁੱਟੇ ਪਾਰ। ਬਸ ਉਹ ਨਾਮ ਨੇ ਪਾਲ ਤੋੜਨੀ ਆ, ਗੁਰੂ ਨੇ ਪਾਲ ਤੋੜਨੀ ਆ। ਕੋਈ ਕਹਿ ਰਹੇ ਸੀ ਗੁਰਮੁਖ ਪਿਆਰੇ ਕਹੇ ਬਾਬਾ ਜੀ ਪਵਨ ਗੁਰੂ ਦੀ ਵਿਆਖਿਆ ਕਰੋ। ਮੈਂ ਕਿ ਅੱਗੇ ਚੱਲ ਕੇ ਆਉਣਾ ਬੜੀ ਦੂਰ ਅਜੇ ਕੰਮ। ਉਹ ਤਾਂ ਇਹ ਪਵਨ ਗੁਰੂ ਕਿਵੇਂ ਹੁੰਦਾ ਹੈ? ਮੈਂ ਕਿਹਾ ਪਵਨ ਗੁਰੂ ਹੋ ਨਹੀਂ ਸਕਦਾ, ਪਰ ਗਿਆਨੀਆਂ ਨੇ ਵੱਖੋ ਵੱਖ ਤਰੀਕੇ ਨਾਲ ਵਿਆਖਿਆ ਕੀਤੀ ਹੋਈ ਹੈ। ਸ਼ਬਦ ਗੁਰੂ ਆ, ਸੁਰਤ ਧੁਨ ਚੇਲਾ ਵਾ ਤੇ ਪਵਨ ਗੁਰੂ ਕਿਵੇਂ ਹੋ ਗਿਆ? ਕਿਸੇ ਵੀ ਗ੍ਰੰਥ ਨੇ ਪਵਨ ਨੂੰ ਗੁਰੂ ਨਹੀਂ ਮੰਨਿਆ, ਪਰ ਇਹਦਾ ਆਖਰੀ ਜਪਜੀ ਸਾਹਿਬ ਦਾ ਸਲੋਕ ਹੈ ਪਵਨ ਗੁਰੂ। ਪਵਨ ਕਹਿੰਦੇ ਨੇ ਹਵਾ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਗੁਰੂ ਕੌਣ ਆ? ਉਹ ਹਵਾ ਵਾ। ਤੇ ਤੁਸੀਂ ਕਿਸ ਨੂੰ ਗੁਰੂ ਮੰਨ ਕੇ ਬੈਠੇ ਹੋਏ ਜੀ? ਗੁਰ ਈਸ਼ਰ, ਗੁਰ ਗੋਰਖਾ, ਬ੍ਰਹਮਾ, ਗੁਰ ਪਾਰਬਤੀ। ਤੁਸੀਂ ਤੇ ਇਹਨਾਂ ਦੇ ਚੱਕਰਾਂ 'ਚ ਘੁੰਮ ਰਹੇ ਜੋ। ਤੇ ਸਾਡਾ ਗੁਰੂ ਕੌਣ ਹੈ? ਪਵਨ ਗੁਰੂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਂ ਕਿਹਾ ਪਵਨ ਗੁਰੂ ਨਹੀਂ ਹੋ ਸਕਦਾ। ਸਰੀਰ ਗੁਰੂ ਹੁੰਦਾ ਹੈ ਜਾਂ ਫਿਰ ਸ਼ਬਦ ਗੁਰੂ ਹੁੰਦਾ ਹੈ ਤੇ ਜਾਂ ਫਿਰ ਪਰਮਾਤਮਾ ਗੁਰੂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿੱਥੇ ਜਿੱਥੇ ਗੁਰੂ ਸ਼ਬਦ ਵਰਤਿਆ ਨਾ, ਸ਼ਰਨ ਪਰੇ ਗੁਰਦੇਵ ਤੁਮਾਰੀ, ਉੱਥੇ ਰੱਬ ਨੂੰ ਸੰਬੋਧਨ ਕੀਤਾ ਗਿਆ ਹੈ। ਕਿਸੇ ਦੇਹਧਾਰੀ ਗੁਰੂ ਨੂੰ ਨਹੀਂ ਗੁਰੂ ਨਾਨਕ ਸਾਹਿਬ ਨੇ ਸੰਬੋਧਨ ਕੀਤਾ। ਜਿਹੜਾ ਮੂਲ ਮੰਤਰ 'ਚ ਵੀ ਆਉਂਦਾ ਗੁਰ, ਉਹ ਰੱਬ ਨੂੰ ਕਿਹਾ ਗਿਆ ਗੁਰ। ਗੁਰਾਂ ਇੱਕ ਦੇ ਬੁਝਾਈ। ਜਦ ਪਵਨ ਗੁਰੂ ਨਹੀਂ ਹੋ ਸਕਦਾ, ਫਿਰ ਕਿਉਂ ਲਿਖਿਆ ਗਿਆ ਕਿ ਪਵਨ ਗੁਰੂ? ਜਿਹੜੇ ਮੁਕਤ ਪੁਰਸ਼ ਹੁੰਦੇ ਹਨ, ਮੈਂ ਥੋੜ੍ਹੀ ਜਿਹੀ ਗੱਲ ਕਹਿ ਦਿਆਂ, ਮੁੜ ਕੇ ਅੱਗੇ ਚੱਲ ਕੇ ਇਸ ਨੂੰ ਖੋਲਾਂਗੇ। ਜਿਹੜੇ ਮੁਕਤ ਪੁਰਸ਼ ਹੁੰਦੇ ਆ ਉਹਨਾਂ ਦਾ ਗੁਰੂ ਹੁੰਦਾ ਰੱਬ, ਪਰਮਾਤਮਾ।
ਤੇ ਉਹ ਪਰਮਾਤਮਾ ਕਿਸ ਰੂਪ 'ਚ ਹੁੰਦਾ ਉਹਨਾਂ ਦਾ ਗੁਰੂ? ਉਹ ਕਿੱਥੋਂ ਵੇਖਦੇ ਨੇ ਆਪਣੇ ਗੁਰੂ ਨੂੰ? ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਜੇ ਉਹ ਕੁਦਰਤ ਵਿੱਚੋਂ ਗੁਰੂ ਨੂੰ ਵੇਖਦੇ ਨੇ ਤੇ ਪਵਨ ਵੀ ਉਸ ਦਾ ਹੀ ਰੂਪ ਵਾ। ਜੇ ਜਿੰਨੀ ਬਨਸਪਤੀ ਉਸ ਦਾ ਰੂਪ ਹੈ ਨਾ, ਤੇ ਹਵਾ ਵੀ ਉਸ ਦਾ ਹੀ ਰੂਪ ਵਾ। ਕਬੀਰ ਸਾਹਿਬ ਨੇ ਕਿਹਾ, ਆਪੇ ਪਾਵਕ ਆਪੇ ਪਵਣਾ। ਆਪੇ ਪਾਵਕ, ਅਗਨੀ ਵੀ ਉਹ ਆਪ ਵਾ। ਇਹ ਉਹਨਾਂ ਵਾਸਤੇ ਆ ਜਿਹੜੇ ਵਧੇ ਮੁਕਤ ਪੁਰਸ਼ ਨੇ। ਪ੍ਰਹਲਾਦ ਵਾਸਤੇ ਅਗਨੀ ਇੱਕ ਜਲਣ ਨਹੀਂ ਹੈ, ਇੱਕ ਗੁਰੂ ਆ। 8 ਦਿਨ ਬੈਠਾ ਰਿਹਾ ਅੱਗ ਵਿੱਚ, ਪ੍ਰਹਲਾਦ ਨਹੀਂ ਸੜਿਆ। ਇਹ ਉਹਨਾਂ ਵਾਸਤੇ ਆ, ਸਾਡੇ ਵਾਸਤੇ ਨਹੀਂ ਹੈ। ਉਹਨਾਂ ਵਾਸਤੇ ਜੋ ਕੁਝ ਵੀ ਆ ਉਹ ਗੁਰੂ ਹੀ ਹੈ। ਆਂਦੇ ਨਾ ਕਿ ਕੋਈ ਮਹਾਂਪੁਰਖ ਤੁਰੇ ਜਾ ਰਹੇ ਸੀ ਤੇ ਪਹਾੜੀਆਂ 'ਤੇ ਜਾ ਰਹੇ ਸੀ ਹੇਮਕੁੰਟ ਸਾਹਿਬ ਨੂੰ, ਤੇ ਅੱਗੇ ਬਤਾਊਂ, ਜਿਹਨੂੰ ਬੇਂਗਣ ਅਸੀਂ ਕਹਿੰਦੇ ਹਾਂ, ਆਮ ਪੰਜਾਬੀ 'ਚ ਪਿੰਡਾਂ 'ਚ ਉਸਨੂੰ ਬਤਾਊਂ ਬੋਲਿਆ ਜਾਂਦਾ, ਅਤੇ ਬੇਂਗਣ ਵੀ ਕਹਿੰਦੇ ਉਸ ਨੂੰ। ਬੇਂਗਣ, ਜਿਹਦੇ ਵਿੱਚ ਕੋਈ ਗੁਣ ਨਹੀਂ ਹੈ, ਨਾ ਉਹ ਠੰਡਾ ਵਾ ਨਾ ਉਹ ਗਰਮ ਵਾ, ਕੱਖ ਨਹੀਂ, ਉਹ ਬੇਗੁਣ ਵਾ, ਉਹਦੇ 'ਚ ਕੋਈ ਵੀ ਗੁਣ ਨਹੀਂ ਹੈ। ਨਾ ਹੋਰ ਤੁਸੀਂ ਫਲਾਂ ਸਬਜ਼ੀਆਂ ਬਾਰੇ ਪੜ੍ਹੋਗੇ ਵੀ ਇਹਦੇ ਵਿੱਚ ਆਹ ਚੀਜ਼ ਇਹ ਗਰਮ ਵਾ, ਇਹ ਠੰਡਾ ਵਾ, ਇਹ ਵਾਈ ਕਰੂਗਾ, ਇਹ ਗਰਮੀ ਦੂਰ ਕਰੂਗਾ, ਅਤੇ ਉਹ ਬੇਗੁਣ ਵਾ, ਕੋਈ ਗੁਣ ਨਹੀਂ ਉਹਦੇ ਵਿੱਚ, ਤਾਂ ਉਹਨੂੰ ਬੇਂਗਣ ਕਹਿੰਦੇ ਨੇ। ਉਹ ਬੇਂਗਣ ਲੱਗਾ ਸੀ ਕਾਲੇ ਰੰਗ ਦਾ, ਅਤੇ ਮਹਾਂਪੁਰਖਾਂ ਨੇ ਉਸ ਨੂੰ ਜੱਫੀ 'ਚ ਕਲਾਵੇ 'ਚ ਲੈ ਲਿਆ ਆਪਣੇ ਨਾਲ ਦੇ। ਕਹਿੰਦੇ ਇਹ ਕੀ? ਕਹਿਣ ਲੱਗੇ ਸ਼ਾਮ ਸੁੰਦਰ ਦੇ ਦਰਸ਼ਨ ਹੋਏ ਨੇ ਅੱਜ, ਸ਼ਾਮ ਸੁੰਦਰ ਦੇ ਦਰਸ਼ਨ। ਜਲਸ ਤੋਂ ਹੀ, ਥਲਸ ਤੋਂ ਹੀ, ਨਭਸ ਤੋਂ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਇਹ ਉਹਨਾਂ ਵਾਸਤੇ ਪਵਨ ਗੁਰੂ ਆ, ਸਾਡੇ ਵਾਸਤੇ ਨਹੀਂ ਹੈ ਪਵਨ ਗੁਰੂ। ਉਹਨਾਂ ਵਾਸਤੇ ਇਕੱਲਾ ਪਵਨ ਗੁਰੂ ਨਹੀਂ ਹੈ, ਅਗਨੀ ਵੀ ਉਹਨਾਂ ਵਾਸਤੇ ਗੁਰੂ ਆ, ਅਗਰਮਨੀ ਆ, ਜੋ ਵੀ ਕੁਛ ਹੈ, ਬਨਸਪਤੀ ਵੀ ਉਹਨਾਂ ਦਾ ਗੁਰੂ ਹੈ। ਹਾਂ, ਬਲਿਹਾਰੀ ਕੁਦਰਤ ਵਸਿਆ, ਜਿੱਥੇ ਉਹਦੀ ਸੱਤਾ ਵਾ, ਜਿਸ ਨੂੰ ਉਹ ਸੱਤਾ ਵੇਖਣੀ ਆ ਗਈ, ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਹੈ, ਜਿਸ ਨੂੰ ਉਹਦਾ ਦੀਦਾਰ ਹੋ ਗਿਆ ਹੈ, ਉਹ ਕਹੇਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਹਰੇਕ ਥਾਂ 'ਤੇ ਉਹਦੀ ਸੱਤਾ, ਅਤੇ ਹਰੇਕ ਹੀ ਗੋਬਿੰਦ ਹੈ, ਹਰੇਕ ਹੀ ਰੱਬ ਹੈ। ਸਾਡਾ ਰੱਬ, ਸਾਡਾ ਗੁਰੂ, ਅਸੀਂ ਆਪਣੇ ਗੁਰੂ ਨੂੰ ਇੱਕ ਕੈਦਖਾਨੇ 'ਚ ਮੰਨਦੇ ਹਾਂ। ਅਸੀਂ ਆਪਣੇ ਰੱਬ ਨੂੰ ਇੱਕ ਕੈਦਖਾਨੇ 'ਚ ਮੰਨਦੇ ਹਾਂ ਵੀ ਇੱਥੇ ਬੈਠਾ ਹੋਇਆ ਸਾਡਾ ਗੁਰੂ ਹੈ, ਇਸ ਬਿਲਡਿੰਗ ਦੇ ਅੰਦਰ ਸਾਡਾ ਗੁਰੂ ਰਹਿੰਦਾ ਹੈ, ਐਸ ਨੁੱਕਰੇ ਸਾਡਾ ਰੱਬ ਬੈਠਾ ਹੋਇਆ ਹੈ। ਦੱਖਣ ਦੇਸ਼ ਹਰੀ ਕਾ ਵਾਸਾ ਹੈ, ਅਤੇ ਪੱਛਮ ਨੂੰ ਅੱਲੋ ਮਕਾਮਾ ਵਾ। ਇਹ ਤਾਂ ਦੁਨੀਆ ਦੀ ਗੱਲ ਹੈ ਨਾ, ਭਗਤਾਂ ਦੀ ਥੋੜ੍ਹਾ ਹੈ। ਉਹ ਤਾਂ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਭਗਤ ਨਾਮਦੇਵ ਦੀ ਰੋਟੀ ਕੁੱਤਾ ਚੁੱਕ ਕੇ ਲੈ ਗਿਆ, ਅਤੇ ਭਗਤ ਨਾਮਦੇਵ ਪਿੱਛੇ ਪਿੱਛੇ ਮੱਖਣ ਲੈ ਕੇ ਤੁਰ ਪਏ। ਕਹਿਣ ਲੱਗੇ ਭਗਵਾਨ ਜੀ ਚੋਪੜ ਕੇ ਖਾਇਓ ਜੀ, ਚੋਪੜ ਕੇ ਖਾਇਓ ਜੀ। ਕੁੱਤੇ ਨੂੰ ਕਹਿ ਰਹੇ ਨੇ, ਭਗਵਾਨ ਜੀ ਚੋਪੜ ਕੇ ਖਾਇਓ ਜੀ। ਅਤੇ ਸਾਡੇ ਵਾਸਤੇ ਧਰਮ ਸਥਾਨ ਅਤੇ ਗੁਰੂ ਪੀਰ ਕੀ ਮਹਿਨਾ ਰਖਾਉਂਦੇ ਨੇ? ਕੱਖ ਵੀ ਨਹੀਂ। ਪਰ ਕਬੀਰ ਵਾਸਤੇ ਆਪੇ ਪਾਵਕ, ਕਬੀਰ ਸਿੰਘ ਦੇ ਉਹ
ਅੱਗ ਜਿਹੜੀ ਉਹ ਰੱਬ ਵਾ, ਉਹਦੇ 'ਚ ਸਤਾ ਵਾ। ਆਪੇ ਭਾਵਕ ਆਪੇ ਪਵਣਾ, ਜਾਰੇ ਖਸਮ ਤ ਰਾਖੇ ਕਵਣਾ। ਕਬੀਰ ਦੇ ਗਵਾਂਢ ਅੱਗ ਲੱਗ ਗਈ, ਲੋਕਾਂ ਨੇ ਕਿਹਾ ਤੁਹਾਡੀ ਝੁੱਗੀ ਨਾ ਛੱਡ ਜੇ। ਕਹਿੰਦੇ ਉਹ ਸਾੜਨ ਵਾਲਾ ਸਾੜ ਦੂ, ਅਤੇ ਅਸੀਂ ਕੀ ਕਰਾਂਗੇ ਫਿਰ? ਜੇ ਉਹ ਚਾਹੂਗਾ, ਉਹਦੀ ਮਰਜ਼ੀ ਹੈ ਨਾ, ਸਾੜ ਦੇ ਤੇ ਸਾੜ ਦੇ। ਕਿਉਂ? ਤੁਹਾਡੇ ਵਾਸਤੇ ਅੱਗ ਬਲਣ ਦਈ, ਮੇਰੇ ਵਾਸਤੇ ਉਹ ਅੱਗ ਨਹੀਂ ਹੈ। ਆਪੇ ਭਾਵਕ ਉਹ ਆਪ ਵਾ, ਆਪੇ ਪਵਣਾ। ਇਹ ਉਹਨਾਂ ਵਾਸਤੇ, ਕਬੀਰ ਸਾਹਿਬ ਵਰਗਿਆਂ ਵਾਸਤੇ ਹੈ ਕਿ ਸੰਤੋ ਮਨ ਪਵਣੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਐਸਾ ਨਾਮ ਨਿਰੰਜਨ ਹੋਏ। ਇਹ ਅਖੀਰ ਤੇ ਨਾਮ ਨੇ ਇੱਥੇ ਖੜਨਾ ਹੈ ਸਲੋਕ ਤੇ, ਐਸਾ ਨਾਮ ਨਿਰੰਜਨ ਹੋਏ ਦੇ। ਇਹ ਉਹਨਾਂ ਵਾਸਤੇ, ਗੁਰੂ ਮਹਾਂਪੁਰਸ਼ਾਂ ਸੰਤਾਂ ਵਾਸਤੇ ਰੱਬ ਸਰਬ ਵਿਆਪੀ ਹੁੰਦਾ ਹੈ। ਕਹਿ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਹੀਂ ਦਿਆਲ, ਮੋਏ ਸੰਸਰ ਪਾਪੀ। ਤੇ ਜਿਹੜਾ ਸਰਬ ਵਿਆਪੀ ਪਰਮਾਤਮਾ ਹੈ, ਉਹ ਭਗਤਾਂ ਦਾ, ਮਹਾਂਪੁਰਖਾਂ ਦਾ ਗੁਰੂ ਹੈ ਰੱਬ। ਅਸੀਂ ਸਰੀਰ ਨੂੰ ਰੱਬ ਮੰਨਦੇ ਹਾਂ, ਜਿੱਦਾਂ ਅਸੀਂ ਪੰਜਾਂ ਪਿਆਰਿਆਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ। ਉਹ ਨਹੀਂ। ਹਾਂ, ਸ਼ੁਰੂਆਤ ਇੱਥੋਂ ਹੀ ਕਰਨੀ ਆ, ਸ਼ੁਰੂਆਤ ਦੇਹ ਤੋਂ ਹੀ ਕਰਨੀ ਆ, ਸ਼ੁਰੂਆਤ ਸ਼ਬਦ ਤੋਂ ਹੀ ਕਰਨੀ ਆ। ਭਗਤ ਨਾਮਦੇਵ ਨੇ ਇੱਥੋਂ ਆਰੰਭ ਕੀਤੀ ਗੱਲ। ਮੰਦਰ 'ਚ ਗਏ, ਧੱਕੇ ਪਏ, ਉਲਾਮੇ ਮਾਰੇ ਗਏ, ਅਤੇ ਜਿੱਦਣ ਉਹਦਾ ਪਤਾ ਲੱਗ ਗਿਆ ਅਤੇ ਕਹਿੰਦੇ ਮੰਦਰ 'ਚ ਜਾਣ ਦੀ ਲੋੜ ਹੀ ਕੋਈ ਨਹੀਂ ਸੀ। ਨਾਮੇ ਸੋਈ ਸੇਵੇ ਆ ਜੇ ਦੋਹਰਾ ਨਾਮ ਸੀ, ਅਤੇ ਉੱਥੇ ਰਹਿੰਦਾ ਹੀ ਨਹੀਂ। ਮੈਂ ਤਾਂ ਐਵੇਂ ਗਿਆ ਸੀ ਉੱਥੇ, ਐਵੇਂ ਨਹੀਂ ਸੀ ਗਿਆ, ਉਹ ਜਾਣਾ ਹੀ ਪੈਣਾ ਸੀ। ਉਹ ਗਿਆਨੇ ਕਾਰਨ ਕਰਮ ਅਭਿਆਸ, ਉਹ ਅਭਿਆਸ ਕਰਨਾ ਪੈਂਦਾ ਮੰਦਰਾਂ ਮਸੀਤਾਂ ਗੁਰਦੁਆਰਿਆਂ 'ਚ ਜਾ ਕੇ, ਫਿਰ ਗਿਆਨ ਹੁੰਦਾ ਹੈ। ਕਿ ਉਹ ਗੁਰਦੁਆਰੇ ਉਹ ਨਹੀਂ ਰਹਿੰਦਾ, ਉਹ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਨਾਲ ਉਦੋਂ ਦਿਖੂਗਾ ਜਦੋਂ ਕੋਈ ਸਾਧਨਾ ਕਰੇਗਾ। ਕਹਿੰਦੇ ਨਾ, ਦੁੱਧ ਦੇ ਵਿੱਚ ਮੱਖਣ ਹੁੰਦਾ ਹੈ, ਪਰ ਸਾਧਨਾ ਤੋਂ ਬਿਨਾਂ ਨਹੀਂ ਮਿਲਦਾ, ਸਾਧਨਾ ਕਰਨੀ ਪੈਂਦੀ ਹੈ। ਇਹ ਜਿਨ੍ਹਾਂ ਨੇ ਰੱਬ ਦਾ ਨਾਮ ਸੁਣਿਆ, ਫਿਰ ਮੰਨਿਆ, ਫਿਰ ਪੰਚ ਹੋਏ, ਚਲਦਿਆਂ ਚਲਦਿਆਂ ਉਹ ਕਿੱਥੇ ਪਹੁੰਚੇ ਨੇ? ਸਲੋਕ 'ਤੇ। ਪਵਨ ਗੁਰੂ ਹਲਾ ਜਪਜੀ ਸਾਹਿਬ 'ਚ ਪੰਚਾਂ ਕਾ ਗੁਰ ਏਕ ਧਿਆਨ। ਹਾਂਜੀ, ਉਹ ਕਿਹੜਾ ਗੁਰੂ ਆ? ਉਹ ਗੁਰਾ ਇੱਕ ਦੇ ਬੁਝਾਈ। ਕੌਣ ਵਾ ਗੁਰੂ? ਉਹ ਸਭਨਾ ਜੀਆਂ ਕਾ ਇੱਕ ਦਾਤਾ, ਉਹ ਗੁਰੂ ਆ ਜਿਹਦੇ ਕੋਲੋਂ ਸਾਰਿਆਂ ਨੂੰ ਹੀ ਜੀਵਨ ਸਤਾ ਮਿਲਦੀ ਆ। ਕੀੜੀ ਤੋਂ ਲੈ ਕੇ ਹਸਤੀ ਤੱਕ ਸਾਰਿਆਂ ਨੂੰ ਉਹਦੇ ਕੋਲੋਂ ਹੀ ਜੀਵਨ ਸਤਾ ਮਿਲਦੀ ਹੈ। ਸਾਹਿਬ ਕਹਿੰਦੇ ਉਹੀ ਸਾਡਾ ਗੁਰੂ ਆ ਜਿਹਦੇ ਕੋਲ ਜੀਵਨ ਸਤਾ ਮਿਲਦੀ ਹੈ। ਮੁਸਲਮਾਨੀ ਜਗਤ ਦੇ ਅੰਦਰ ਮੁਹੰਮਦ ਸਾਹਿਬ ਨੂੰ ਸਿਰਫ ਦੂਤ ਮੰਨਿਆ ਗਿਆ ਹੈ, ਮੈਸੇਂਜਰ ਗੋਡ। ਸਿਰਫ ਰੱਬ ਦਾ ਸੁਨੇਹਾ ਦਿੱਤਾ ਮੁਹੰਮਦ ਸਾਹਿਬ ਨੇ। ਮੁਹੰਮਦ ਸਾਹਿਬ ਰੱਬ ਨਹੀਂ ਹੈ, ਖੁਦਾ ਨਹੀਂ ਹੈ। ਉਹ ਖੁਦਾ ਦਾ ਪੈਗਾਮ ਲੈ ਕੇ ਆਏ ਨੇ, ਪੈਗੰਬਰ ਨੇ। ਉਹ ਪੈਗਾਮ ਦੇ ਕੇ ਤੁਰ ਗਏ ਨੇ। ਅਤੇ ਪੈਗਾਮ ਨੂੰ ਮੰਨੋ, ਪੈਗੰਬਰ ਨੂੰ ਨਹੀਂ ਮੰਨਣਾ, ਪੈਗਾਮ ਨੂੰ ਮੰਨੋ। ਅਤੇ ਪੈਗਾਮ ਨੂੰ ਤੁਸੀਂ ਤਾਂ ਹੀ ਮੰਨ ਸਕਦੇ ਹੋ, ਪਹਿਲਾਂ ਪੈਗੰਬਰ ਨੂੰ ਮੰਨਣਾ ਪਵੇਗਾ। ਪਹਿਲਾਂ ਪੈਗੰਬਰ 'ਤੇ ਸ਼ਰਧਾ ਲਿਆਉਣੀ ਪਏਗੀ, ਫਿਰ ਹੀ ਪੈਗਾਮ ਨੂੰ ਮੰਨਿਆ ਜਾਏਗਾ। ਸਿੱਧਾ ਵੀ ਨਹੀਂ ਮੰਨਿਆ ਜਾਣਾ, ਇਹ ਵੀ ਨਾਲ ਹੈ। ਆਂਦੇ ਨਾ, ਦੱਤਾਤਰੇਵ ਨੇ 24 ਗੁਰੂ ਕੀਤੇ ਨੇ। 24 ਤੋਂ 24 ਦੂਣ 48 ਵੀ ਕਰ ਸਕਦਾ ਹੈ ਕੋਈ ਗੁਰੂ। ਗੁਰੂ ਦਾ ਮਤਲਬ ਜਿੱਥੋਂ ਸਮਝ ਮਿਲਣੀ, ਉਹ ਗੁਰੂ ਹੈ। ਇਹ ਜਦੋਂ ਧਿਆਨ ਟਿਕ ਜਾਂਦਾ, ਜੋ ਕੁਛ ਸਾਹਮਣੇ ਹੋ ਰਿਹਾ ਨਾ, ਜਿੱਦਾਂ ਜੇਤਾ ਪੇਖਣ ਤੇਤਾ
ਨਾਮ ਜੇਤਾ ਸੁਣਨਾ ਤੇਤਾ ਨਾਮ, ਜੇਤਾ ਵੇਖਣ ਤੇਤਾ ਧਿਆਨ। ਦਿਵ ਦ੍ਰਿਸ਼ਟੀ ਵਾਲਾ ਬੰਦਾ ਜਿੱਥੇ ਵੀ ਧਿਆਨ ਜੋੜੇਗਾ ਉੱਥੋਂ ਸਾਹਮਣੇ ਪ੍ਰਮਾਤਮਾ ਦੀ ਹੀ ਝਲਕ ਮਿਲੇਗੀ। ਅਗਰ ਉਹ ਰੂਪ ਵਿੱਚ ਵੀ ਧਿਆਨ ਲਾਵੇਗਾ ਤੇ ਰੂਪ ਨੂੰ ਦੇਖਦਿਆਂ ਉਹ ਵਿਸਮਾਦ ਵਿੱਚ ਜਾਏਗਾ। ਹਾਲਾਂਕਿ ਮਹਾਰਾਜ ਨੇ ਕਿਹਾ ਰੂਪ ਮਾਲ ਜੋਬਨ ਜਾਤ ਇਹ ਠੱਗ ਨੇ। ਧਨ ਬੰਦੇ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਆ ਬੜੇ ਬੜੇ ਲੋਕ ਬਰਬਾਦ ਹੋਏ ਨੇ, ਧਨ ਨੇ ਬੜਿਆਂ ਨੂੰ ਬਰਬਾਦੀ ਵਾਲੇ ਰਾਹ ਤੋਰਿਆ ਹੋਇਆ ਹੈ। ਧਨ ਕੋਲ ਨਹੀਂ ਹੀ ਤੇ ਜ਼ਿੰਦਗੀ ਸਾਦਗੀ ਦੀ ਹੀ ਧਨ ਆਉਣਾ ਸ਼ੁਰੂ ਹੋ ਗਿਆ। ਵੱਡੇ ਵੱਡੇ ਗੱਡੇ ਆ ਗਏ, ਵੱਡੀਆਂ ਵੱਡੀਆਂ ਕੋਠੀਆਂ ਪੈ ਗਈਆਂ, ਕਾਰਾਂ ਉੱਤੇ ਵੇਖ ਕੇ 47 ਦੀਆਂ ਫੋਟੋਆਂ ਲੱਗ ਗਈਆਂ, ਟਰੈਕਟਰਾਂ ਉੱਤੇ ਵੇਖ ਕੇ 47 ਦੀਆਂ ਫੋਟੋਆਂ ਲਵਾ ਲਈਆਂ। ਹਾਂਜੀ, ਬੂਹਿਆਂ ਉੱਤੇ ਵੇਖ ਕੇ 47 ਦੀਆਂ ਫੋਟੋਆਂ ਪੱਥਰ ਦੀਆਂ ਬਣਾ ਲਈਆਂ। ਇਹ ਧਨ ਵੈਰੀ ਬਣਦਾ ਹੈ, ਬਣਿਆ ਵੀ ਆ, ਇਹਦੇ 'ਚ ਕੋਈ ਸ਼ੱਕ ਵੀ ਨਹੀਂ ਆ। ਮੈਂ ਤਾਂ ਬੜਾ ਹੈਰਾਨ ਹਾਂ ਇਸ ਚੀਜ਼ ਦੇ ਉੱਤੇ। ਚਲੋ ਅਫਸੋਸ ਆ ਕੋਈ ਨੌਜਵਾਨ ਬੱਚਾ ਮਰਿਆ, ਦੁੱਖ ਹੈ, ਪਰ ਕੋਈ ਰਾਗੀ ਮਰ ਜਾਂਦਾ ਤਾਂ ਕੋਈ ਜਾਂਦਾ ਮਗਰ। ਕਥਾ ਮਰੇ ਵਾਚਕ ਤੇ ਕੋਈ ਰਾਗੀ ਤੇ, ਕਿਉਂਕਿ ਰਾਗ ਲੋਕ ਸੁਣਦੇ ਹੀ ਨਹੀਂ ਆ। ਦਰਬਾਰ ਸਾਹਿਬ ਦੇ ਰਾਗੀ ਪਿੱਛੇ ਚੜ੍ਹਾਈ ਕਰ ਗਏ, ਕੋਈ ਗਿਆ ਮਗਰ? ਗਿਆ ਹੀ ਨਹੀਂ। ਰਾਗ ਦੇ ਕੋਲੋਂ ਕੀ ਲੈਣਾ? ਲੋਕੀ ਤਾਂ ਗੀਤ ਟੱਪੇ ਸੁਣਦੇ ਨੇ। ਰੱਬ ਖੈਰ ਕਰੇ। ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਨੇ ਕਿੱਥੇ ਕਰਨਾ ਹੈ? ਪਵਨ ਗੁਰੂ। ਹਵਾ ਮੁੜ ਕੇ ਜੋ ਵੀ ਸਾਹਮਣੇ ਹੋ ਰਿਹਾ, ਹਵਾ ਤਾਂ ਗੁਰੂ ਹੈ, ਕਿਉਂਕਿ ਹਵਾ ਵੀ ਉਸ ਦਾ ਰੂਪ ਵਾ। ਸਾਡੇ ਵਾਸਤੇ ਗੁਰੂ ਨਹੀਂ ਹੈ ਉਹ ਪਵਨ ਜਿਹੜੀ। ਹਾਲਾਂਕਿ ਗਿਆਨੀਆਂ ਨੇ ਅਰਥ ਕਰ ਦਿੱਤੇ ਨੇ ਕਿ ਬੋਲੇ ਪਵਨ ਬੋਲ ਰਹੀ ਸਾਡੇ ਵਿੱਚ ਤਾਂ ਉਹ ਗੁਰੂ ਆ। ਨਹੀਂ 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 ਨਹੀਂ, ਦੇਹੀ ਮਾਟੀ ਬੋਲੇ ਪਾਉਣ। ਕਹਿੰਦੇ ਇਹ ਦੇਹ ਜਿਹੜੀ ਮਿੱਟੀ ਦੀ ਬਣੀ 'ਚ ਹਵਾ ਬੋਲ ਰਹੀ ਤਾਂ ਉਸ ਨੂੰ ਗੁਰੂ ਮੰਨਿਆ ਜਾਂਦਾ। ਨਹੀਂ ਨਹੀਂ ਨਹੀਂ, ਇਹ ਅਰਥ ਹੀ ਨਹੀਂ ਹੈ। ਇਹ ਉਹਨਾਂ ਵਾਸਤੇ ਅਰਥ ਵਾ ਜਿਹੜੇ ਉਸ ਨੂੰ ਦੇਖ ਰਹੇ ਨੇ। ਕਿੱਥੇ ਦੇਖ ਰਹੇ ਨੇ? ਪਵਨ ਗੁਰੂ। ਸਾਡਾ ਗੁਰੂ ਕੌਣ ਹੈ? ਪਵਨ ਵਾ। ਪਵਨ ਕੌਣ ਵਾ? ਪਰਮਾਤਮਾ ਵਾ। ਪਵਨ ਵਿੱਚ ਜੀਵਨ ਵਾ। ਇਹ ਸਾਰੇ ਹੀ ਲੈਂਦੇ ਨੇ, ਇਸ ਤੋਂ ਬਿਨਾਂ ਸਾਡਾ ਜੀਵਨ ਹੋ ਹੀ ਨਹੀਂ ਸਕਦਾ। ਸਾਚੇ ਤੇ ਪਵਨਾ ਪਿਆ, ਇਹ ਉਸ ਤੋਂ ਬਣੀ ਹੈ ਪਵਨ। ਉਹ ਪਵਨ ਨਾਲ ਹੀ ਜੀਵਨ ਚੱਲ ਰਿਹਾ ਹੈ। ਅਤੇ ਸੂਖਮ ਰੂਪ ਵਿੱਚ ਪਰਮਾਤਮਾ ਸਾਡਾ ਹਵਾ ਵਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਪਵਨ ਗੁਰੂ। ਇੱਥੇ ਜਾਣਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪਵਨ ਗੁਰੂ, ਪਾਣੀ ਪਿਤਾ। ਪਾਣੀ ਪਿਤਾ ਹੈ। ਕਿਉਂ? ਪਾਣੀ ਤੋਂ ਹੀ ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ। ਬੜੀ ਡੂੰਘੀ ਗੱਲ ਹੈ। ਪਵਨ ਗੁਰੂ, ਪਾਣੀ ਪਿਤਾ। ਸਾਰੇ ਕਾਇਨਾਤ ਦਾ ਉਤਪਤੀ ਕਿਸ ਤੋਂ ਆ? ਪਾਣੀ ਤੋਂ ਆ। ਅਤੇ ਜਿਹੜਾ ਉਤਪਤ ਕਰੇ ਉਸ ਨੂੰ ਕਹਿੰਦੇ ਨੇ ਪਿਤਾ ਹੁੰਦਾ ਹੈ। ਫਿਰ ਮੈਂ ਕਹਿ ਦਿਆਂ ਸਾਡੇ ਵਾਸਤੇ ਪਵਨ ਗੁਰੂ ਨਹੀਂ ਹੈ। ਸਾਡੇ ਵਾਸਤੇ ਪੰਜ ਪਿਆਰੇ ਅਤੇ ਗੁਰੂ ਗ੍ਰੰਥ ਸਾਹਿਬ ਗੁਰੂ ਆ। ਇਹ ਪਵਨ ਗੁਰੂ ਕਿਹਨਾਂ ਵਾਸਤੇ ਆ? ਜਿਹੜੇ ਉਸ ਨੂੰ ਹਰ ਥਾਂ ਤੋਂ ਪਹਿਚਾਣਦੇ ਨੇ, ਹਰ ਥਾਂ ਤੋਂ ਜਿਹੜੇ ਉਸ ਨੂੰ ਦੇਖਦੇ ਨੇ, ਉਹਨਾਂ ਵਾਸਤੇ ਪਵਨ ਗੁਰੂ ਆ। ਉਹ ਕਥਾ ਤਾਂ ਕੋਈ ਹੋਰ ਕਰਨੀ ਸੀ ਤੇ ਕਿ ਐਸਾ ਨਾਮ ਨਿਰੰਜਨ ਹੋਏ। ਜਿਹੜਾ ਕੱਲ੍ਹ ਉਦਾਹਰਨ ਦਿੱਤੀ ਸੀ, ਅੱਜ ਮੈਂ ਇੱਕ ਦੋ ਉਦਾਹਰਨਾਂ ਦੇਣਾ ਚਾਹੁੰਦਾ ਸਾਂ। ਕੱਲ੍ਹ ਉਦਾਹਰਨ ਦਿੱਤੀ ਸੀ ਕਿ ਬੂਢਤ ਕੋ ਜੈਸੇ ਬੇੜੀ ਮਿਲਤ। ਉਹ ਕਥਾ ਕੋਈ ਹੋ ਗਈ ਆ ਹੋਰ। ਉਹ ਗੱਲ ਆ ਗਈ ਨਾ ਵੀ ਆਖਣ ਜ਼ੋਰ ਚੁਪੇ ਨਾ ਜ਼ੋਰ। ਇਹਦਾ ਮਤਲਬ ਤੁਹਾਡੇ ਆਖਣ ਵਿੱਚ ਜ਼ੋਰ ਨਹੀਂ, ਕਹਿਣਾ ਮੈਂ ਕੁਝ ਹੋਰ ਸੀ ਅਤੇ ਕਿਹਾ ਗਿਆ ਕੁਝ ਹੋਰ ਵਾ। ਆਖਣ ਜ਼ੋਰ ਚੁਪੇ ਨਾ ਜ਼ੋਰ। ਅਸਾ ਸਪਸ਼ਟ ਹੋ ਗਿਆ
ਵੀ ਨਹੀਂ ਬੇਬਸੀ ਆ, ਜੋ ਹੋਣਾ ਉਹ ਹੀ ਹੋ ਜਾਣਾ, ਕਥਾ ਹੋਰ ਕੋਈ ਕਰਨੀ ਸੀ ਤੇ ਹੋ ਕੋਈ ਹੋਰ ਹੀ ਗਈ ਆ।